ਪਿਆਰੇ ਵਿਦਿਆਰਥੀਓ, ਗੁੱਡ ਮਾਰਨਿੰਗ। ਅੱਜ ਅਸੀਂ ਸਟੇਟ ਆਫ ਇੰਡਸਟਰੀਅਲ ਸੈਕਟਰ ਐਟ ਦਾ ਟਾਈਮ ਆਫ ਇੰਡੀਪੈਂਡੈਂਸ ਜਾਂ ਕਹਿ ਸਕਦੇ ਹਾਂ ਕਿ ਵਟ ਇਜ਼ ਦੀ ਸਟੇਟ ਆਫ ਇੰਡਸਟਰੀਅਲ ਸੈਕਟਰ ਐਟ ਦਾ ਟਾਈਮ ਆਫ ਇੰਡੀਪੈਂਡੈਂਸ। ਜਿੱਥੋਂ ਤੱਕ ਦੇਸ਼ ਦੇ ਆਜ਼ਾਦ ਹੋਣ ਦੀ ਗੱਲ ਹੈ, ਉਸ ਤੋਂ ਪਹਿਲਾਂ ਦੀ ਗੱਲ 1757 ਜਾਂ 58, ਜਦੋਂ ਬ੍ਰਿਟਿਸ਼ ਜਿਹੜੇ ਸੀਗੇ ਆਪਣੇ ਪੈਰ ਜਿਹੜੇ ਸੀ ਇੰਡੀਆ ਦੇ ਵਿੱਚ ਜਮਾ ਰਹੇ ਸੀ, ਉਸ ਵੇਲੇ ਦੀ ਗੱਲ ਜੇ ਕੀਤੀ ਜਾਵੇ ਤੇ ਜਿਹੜਾ ਸੀ ਡਿਕਲਾਈਨ ਆਫ ਹੈਂਡੀਕ੍ਰਾਫਟ ਇੰਡਸਟਰੀ, ਸਾਡੇ ਦੇਸ਼ ਦੇ ਵਿੱਚ ਉਸ ਵੇਲੇ ਹੈਂਡੀਕ੍ਰਾਫਟ ਜਿਹੜੀ ਇੰਡਸਟਰੀ ਸੀ ਫਲਰਿਸ਼ ਕਰ ਰਹੀ ਸੀ, ਜਿਸ ਦਾ ਬੋਲਬਾਲਾ ਜਿਹੜਾ ਸੀਗਾ ਵਿਦੇਸ਼ਾਂ ਦੇ ਵਿੱਚ ਵੀ ਸੀ। ਇਹਨਾਂ ਇੰਡਸਟਰੀਆਂ ਦੇ ਵਿੱਚ ਹੈਂਡੀਕ੍ਰਾਫਟ ਇੰਡਸਟਰੀ ਦੇ ਵਿੱਚ ਹੈਵੀ ਇੰਡਸਟਰੀ ਤਾਂ ਨਹੀਂ ਸੀ, ਪਰ ਹੈਂਡੀਕ੍ਰਾਫਟ ਇੰਡਸਟਰੀ ਘਰੇਲੂ ਉਦਯੋਗ, ਲਘੂ ਉਦਯੋਗ, ਜਿਸ ਦੇ ਵਿੱਚ ਬਹੁਤ ਹੀ ਵਧੀਆ ਕਸ਼ੀਦਾਕਾਰੀ ਦਾ ਕੰਮ ਜਿਹੜਾ ਸੀ ਸਾਡੇ ਦੇਸ਼ ਦੇ ਵਿੱਚ ਕੀਤਾ ਜਾਂਦਾ ਸੀ। ਉਹਨਾਂ ਦੇ ਵਿੱਚ ਜੇ ਟੈਕਸਟਾਈਲ ਦੀ ਗੱਲ ਕੀਤੀ ਜਾਵੇ ਤਾਂ ਢਾਕੇ ਦੀ ਮਲਮਲ ਇੰਨੀ ਕੁ ਬਰੀਕ, ਇੰਨੀ ਕੁ ਵਧੀਆ ਹੁੰਦੀ ਸੀ ਕਿ ਉਸ ਦੇ ਮੁੰਦਰੀ ਦੇ ਵਿੱਚੋਂ ਸਾਰੇ ਦਾ ਸਾਰਾ ਥਾਨ ਜਿਹੜਾ ਸੀ ਨਿਗਾਇਆ ਜਾ ਸਕਦਾ ਸੀ। ਇਸੇ ਤਰ੍ਹਾਂ ਹੀ ਅਹਿਮਦਾਬਾਦ ਦੀ ਧੋਤੀ ਅਤੇ ਦੁਪੱਟਾ, ਇਸੇ ਤਰ੍ਹਾਂ ਹੀ ਮਦੁਰਾਈ ਦੀ ਸਾੜੀਆਂ ਜਿਹੜੀਆਂ ਸੀਗੀਆਂ ਐਂਡ ਸਿਲਕ ਫੈਬਰਿਕ ਫਰੋਮ ਦਾ ਬੰਗਾਲ ਵਾਜ਼ ਫੇਮਸ ਐਟ ਦੈਟ ਟਾਈਮ। ਤੋ ਜਿੱਥੋਂ ਤੱਕ ਸ਼ਾਲਾਂ ਦੀ ਗੱਲ ਕੀਤੀ ਜਾਵੇ, ਪਸ਼ਮੀਨਾ ਦੇ ਸ਼ਾਲ ਜਿਹੜੇ ਸੀਗੇ ਕਸ਼ਮੀਰ ਅਤੇ ਕੁਛ ਪਾਰਟ ਜਿਹੜੇ ਸੀ ਪੰਜਾਬ ਦੇ ਵਿੱਚ ਦੇ ਆਰ ਫੇਮਸ। ਇਸੇ ਤਰ੍ਹਾਂ ਹੀ ਮੈਟਲ ਵਰਕਸ ਜਿਹੜਾ ਸੀਗਾ ਉਹ ਬਨਾਰਸ, ਨਾਸਿਕ ਅਤੇ ਪੂਨਾ, ਇਹ ਸ਼ਹਿਰ ਜਿਹੜੇ ਸੀ ਮਸ਼ਹੂਰ ਸੀਗੇ, ਜਿੱਥੇ ਮੈਟਲ ਵਰਕਸ ਜਿਹੜਾ ਸੀ ਮੈਟਲ ਦੇ ਉੱਤੇ ਬਹੁਤ ਸਾਰੀ ਵਧੀਆ ਜਿਹੜੀ ਕਸ਼ੀਦਾਕਾਰੀ ਜਿਹੜੀ ਕੀਤੀ ਜਾਂਦੀ ਸੀ, ਸੁੰਦਰ ਸੁੰਦਰ ਫੁੱਲ ਬੂਟੇ ਬਣਾਏ ਜਾਂਦੇ ਸੀਗੇ। ਤੋ ਇਸੇ ਤਰ੍ਹਾਂ ਹੀ ਹੋਰ ਬਹੁਤ ਸਾਰੀ ਇੰਡਸਟਰੀ ਸਾਡੇ ਕੋਲ ਜਿਹੜੀ ਘਰੇਲੂ ਉਦਯੋਗ ਨਾਲ ਸੰਬੰਧਿਤ ਸੀਗੀ, ਜਿਸ ਦੇ ਵਿੱਚ ਸਟੋਨ ਕਾਰਵਿੰਗ, ਅਨਲਾਰ ਜੂਲਰੀ ਦੇ ਨਾਲ ਸੰਬੰਧਿਤ, ਸੈਂਡਲਵੁੱਡ ਵਰਕ ਦੇ ਨਾਲ ਸੰਬੰਧਿਤ, ਮਾਰਬਲ ਵਰਕ ਐਂਡ ਸ਼ਿਪ ਬਿਲਡਿੰਗ, ਇਹ ਜਿਹੜੀਆਂ ਇੰਡਸਟਰੀਆਂ ਸੀਗੀਆਂ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਲਘੂ ਉਦਯੋਗ ਜਿਹੜੇ ਸੀ ਘਰ ਘਰ ਐਸਟੈਬਲਿਸ਼ ਹੋਏ ਹੋ ਸੀ, ਔਰ ਬਹੁਤ ਵਧੀਆ ਆਲਾ ਕਿਸਮ ਦਾ ਜਿਹੜਾ ਸੀ ਸਮਾਨ ਉਹ ਤਿਆਰ ਕੀਤਾ ਜਾਂਦਾ ਸੀ। ਬਟ ਜਿਸ ਵੇਲੇ ਇੰਡਸਟਰੀਅਲ ਰੈਵੋਲਿਊਸ਼ਨ ਦੇ ਨਾਲ ਅੰਗਰੇਜ਼ਾਂ ਦਾ ਕਬਜ਼ਾ ਸਾਡੇ ਦੇਸ਼ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ, ਤਾਂ ਉਹਨਾਂ ਨੇ ਜਿਹੜਾ ਸੀ ਪਾਲਿਸੀਆਂ ਜਿਹੜੀਆਂ ਸੀਗੀਆਂ ਉਹ ਆਪਣੇ ਮੁਤਾਬਕ ਬਣਾਈਆਂ, ਕਿਉਂਕਿ ਮਸ਼ੀਨਾਂ ਜਿਹੜੀਆਂ ਸੀਗੀਆਂ ਉਹ ਦੇ ਪ੍ਰੋਡਿਊਸ ਬੈਟਰ ਕੁਆਲਿਟੀ ਆਫ ਗੁਡਸ ਐਟ ਲੋਅਰ ਪ੍ਰਾਈਸ। That is why British follow the policy of taking raw material to England and bring finished goods from England to India। ਤੋ ਰਾ ਮਟੀਰੀਅਲ ਇੱਥੋਂ ਜਾ ਕੇ ਆਪਣੀ ਇੰਡਸਟਰੀ ਦੇ ਵਿੱਚ ਉਸ ਨੂੰ ਢਾਲ ਕੇ ਅਤੇ ਵਾਪਸ ਜਿਹੜਾ ਇੰਡੀਆ ਦੇ ਵਿੱਚ ਉਹ ਸਮਾਨ ਜਿਹੜਾ ਸੀ ਵੇਚਿਆ ਜਾਂਦਾ ਸੀਗਾ, ਅਤੇ ਨਾਲ ਦੀ ਨਾਲ ਨੋ ਡਿਊਟੀ ਔਨ ਐਕਸਪੋਰਟ ਆਫ ਰਾ ਮਟੀਰੀਅਲ ਐਂਡ ਇੰਪੋਰਟ ਡਿਊਟੀ ਜਿਹੜੀ ਸੀਗੀ ਔਨ ਫਿਨਿਸ਼ਡ ਗੁੱਡਸ ਜਿਹੜੀਆਂ ਸੀ ਉਹਨਾਂ 'ਤੇ ਨਹੀਂ ਲਗਾਈ ਜਾਂਦੀ ਸੀ। ਇਸ ਕਰਕੇ ਹਿੰਦੁਸਤਾਨ ਦੇ ਵਿੱਚ ਜਿਹੜਾ ਹਿੰਦੁਸਤਾਨ ਦਾ ਸਮਾਨ ਸੀ ਉਹ ਮਹਿੰਗਾ ਹੋਣ ਕਰਕੇ ਬ੍ਰਿਟਿਸ਼ ਦਾ ਸਮਾਨ ਜਿਹੜਾ ਸੀ ਉਹ ਸਸਤਾ ਹੋਣ ਕਰਕੇ ਵਿਕਦਾ ਸੀ। ਅਤੇ ਇਹ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਆ, ਬਹੁਤ ਸਾਰੀ ਇੰਡਸਟਰੀ, ਹੈਂਡੀਕ੍ਰਾਫਟ ਇੰਡਸਟਰੀ, ਇਸ ਨੂੰ ਬਹੁਤ ਸਾਰੀ ਜਿਹੜੀ ਹੈਗੀ ਆ ਢਾਹ ਲੱਗੀ, ਜਿਸ ਦੇ ਨਾਲ ਜਿਹੜਾ ਇਹ ਇੰਡਸਟਰੀ ਹੌਲੀ ਹੌਲੀ ਖ਼ਤਮ ਹੁੰਦੀ ਗਈ। ਨੈਕਸਟ ਹੈ ਲੋਪਸਾਈਡਡ ਇੰਡਸਟਰੀਅਲ ਸਟਰਕਚਰ। तो British ruler neither permitted modernization of industry nor did they encourage the growth of heavy industry in India। तो ਉਹਨਾਂ ਦੀ ਪਾਲਿਸੀ ਸੀ ਕਿ ਜਿਹੜੀ ਇੰਡੀਅਨ ਇੰਡਸਟਰੀ ਆ ਉਸ ਨੂੰ ਇਨਕਰੇਜ ਨਾ ਕੀਤਾ ਜਾਵੇ, ਕੇਵਲ ਅਤੇ ਕੇਵਲ ਜਿਹੜੀ ਬ੍ਰਿਟਿਸ਼ ਦੀ ਇੰਡਸਟਰੀ ਆ ਜਿੱਥੇ ਉਹ ਸਮਾਨ ਜਿਹੜਾ ਇੱਥੋਂ ਰਾ ਮਟੀਰੀਅਲ ਜਾ ਕੇ ਉੱਥੇ ਬਣਾਉਣ ਅਤੇ ਉਹਨੂੰ ਵੇਚਣ ਇੰਡੀਆ ਦੇ ਵਿੱਚ। ਇਸ ਕਰਕੇ ਨਾ ਤਾਂ ਹੈਵੀ ਇੰਡਸਟਰੀ ਨੂੰ ਇਨਕਰੇਜ ਕੀਤਾ ਗਿਆ ਅਤੇ ਨਾ ਹੀ ਜਿਹੜੀ ਇੰਡੀਅਨ ਇੰਡਸਟਰੀ ਉਸ ਨੂੰ ਮਾਡਰਨਾਈਜੇਸ਼ਨ ਕੀਤਾ ਗਿਆ। ਦੇ ਐਸਟੈਬਲਿਸ਼ਡ ਇੰਡਸਟਰੀ ਇਨ ਦਾ ਸੈਕਟਰ ਵਿੱਚ ਦੇ ਸੂਟਡ ਦੈਮ। ਉਹਨਾਂ ਨੇ ਉਹੋ ਹੀ ਇੰਡਸਟਰੀ ਜਿਹੜੀ ਆ ਭਾਰਤ ਦੇ ਵਿੱਚ ਲਗਾਈ ਜਿਹੜੀ ਉਹਨਾਂ ਨੂੰ ਸੂਟ ਕਰਦੀ ਸੀਗੀ। ਤੋ ਜਿੱਥੋਂ ਤੱਕ ਟਿਸਕੋ ਦਾ ਸਵਾਲ ਆ, ਜਮਸ਼ੇਦਜੀ ਟਾਟਾ ਜੀ ਨੇ ਇਹ ਟਾਟਾ ਆਇਰਨ ਐਂਡ ਸਟੀਲ ਕੰਪਨੀ ਜਿਹੜੀ ਟਿਸਕੋ ਆ 1907 ਦੇ ਵਿੱਚ ਐਸਟੈਬਲਿਸ਼ ਕੀਤੀ ਸੀ, ਔਰ ਉਸ ਤੋਂ ਇਲਾਵਾ ਜਿਹੜੀ ਕੋਈ ਵੀ ਹੈਵੀ ਇੰਡਸਟਰੀ ਜਿਹੜੀ ਆ ਸਾਡੇ ਦੇਸ਼ ਦੇ ਵਿੱਚ ਨਹੀਂ ਲਗਾਈ ਗਈ। ਕੈਪੀਟਲ ਗੁੱਡਸ ਇੰਡਸਟਰੀ ਵਾਰ ਲੈਕਿੰਗ। ਤੋ ਕੈਪੀਟਲ ਗੁੱਡਸ ਜਿਹੜੀਆਂ ਸੀਗੀਆਂ ਅੰਗਰੇਜ਼ਾਂ ਦੀ ਇਹ ਪਾਲਿਸੀ ਰਹੀ ਆ ਕਿ ਹਿੰਦੁਸਤਾਨ ਜਿਹੜਾ ਹੈਗਾ ਕੈਪੀਟਲ ਗੁੱਡਸ ਦੇ ਲਈ
ਬ੍ਰਿਟਿਸ਼ ਵਾਲਿਆਂ ਦੇ ਡਿਪੈਂਡੈਂਟ ਰਹੇ। ਇਸ ਕਰਕੇ ਕੋਈ ਵੀ ਕੈਪੀਟਲ ਗੁੱਡਸ ਨੂੰ ਬਣਾਉਣ ਦੇ ਲਈ ਇੰਡਸਟਰੀ ਜਿਹੜੀ ਇੱਥੇ ਤਿਆਰ ਨਹੀਂ ਕੀਤੀ ਗਈ। ਦ ਸਪਲਾਈ ਆਫ capital goods and heavy equipment, thus the development of few consumer goods industry were witnessed during the British rule। ਉਸ ਤੋਂ ਬਾਅਦ ਜਿਹੜਾ ਹੈ ਕੰਪੀਟੀਸ਼ਨ ਫਰੋਮ ਬ੍ਰਿਟਿਸ਼ ਪ੍ਰੋਡਕਟ, ਤੋ ਜਿਹੜਾ ਬ੍ਰਿਟਿਸ਼ ਪ੍ਰੋਡਕਟ ਉਸ ਦੇ ਵਿੱਚ ਕੰਪੀਟੀਸ਼ਨ ਜਿਹੜਾ ਹਿੰਦੁਸਤਾਨ ਦੀਆਂ ਬਣੀਆਂ ਚੀਜ਼ਾਂ ਦੇ ਨਾਲ ਹੋ ਰਿਹਾ ਸੀ, ਕਿਉਂਕਿ ਇੰਡਸਟਰੀ ਦੇ ਵਿੱਚ ਬੈਟਰ ਕੁਆਲਿਟੀ ਦੀ ਜਿਹੜੀ ਹੈਗੀ ਮਸ਼ੀਨਰੀ ਦੇ ਨਾਲ ਜਿਹੜੀ ਵਸਤੂ ਬਣਦੀ ਹੈਗੀ ਆ, ਅਤੇ ਨਾਲ ਇੱਥੋਂ ਜਿਹੜਾ ਰਾ ਮਟੀਰੀਅਲ ਖਰੀਦ ਕੇ ਲਿਜਾਂਦੇ ਸੀ ਬ੍ਰਿਟਿਸ਼, ਉਸ 'ਤੇ ਐਕਸਪੋਰਟ ਡਿਊਟੀ ਜਿਹੜੀ ਨਹੀਂ ਲਗਾਈ ਜਾਂਦੀ ਸੀ, ਅਤੇ ਉੱਥੋਂ ਜਿਹੜਾ ਸਮਾਨ ਬਣ ਕੇ ਆਉਂਦਾ ਸੀ ਉਹ ਹਿੰਦੁਸਤਾਨ ਦੇ ਵਿੱਚ ਵੇਚਿਆ ਜਾਂਦਾ ਸੀ ਬ੍ਰਿਟਿਸ਼ ਦਾ, ਉਸ 'ਤੇ ਇੰਪੋਰਟ ਡਿਊਟੀ ਨਹੀਂ ਲਗਾਈ ਜਾਂਦੀ ਸੀ। ਪਰ ਜਿਹੜਾ ਹਿੰਦੁਸਤਾਨ ਦਾ ਮਟੀਰੀਅਲ ਅਜੇ ਬਾਹਰ ਵਿਕਣ ਜਾਂਦਾ ਸੀ ਤਾਂ ਉੱਤੇ ਐਕਸਪੋਰਟ ਡਿਊਟੀ, ਜਿਹੜਾ ਇਹ ਹਿੰਦੁਸਤਾਨ ਦੀ ਇੰਡਸਟਰੀ ਦੇ ਵਿੱਚ ਬਣਿਆ ਆ ਹੈਂਡੀਕ੍ਰਾਫਟ, ਉੱਤੇ ਐਕਸਪੋਰਟ ਡਿਊਟੀ ਲਗਾਈ ਜਾਂਦੀ ਸੀ, ਜਾਂ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਕਿਉਂਕਿ ਕਾਰੀਗਰੀ ਦੁਆਰਾ ਬਣਾਈਆਂ ਜਾਂਦੀਆਂ ਸੀ, ਇਸ ਕਰਕੇ ਉਹ ਮਹਿੰਗੀਆਂ ਬਣਦੀਆਂ ਸੀ, ਅਤੇ ਬ੍ਰਿਟਿਸ਼ ਦੀਆਂ ਚੀਜ਼ਾਂ ਜਿਹੜੀਆਂ ਸੀ ਅੰਗਰੇਜ਼ਾਂ ਦੁਆਰਾ ਬਣਾਈਆਂ ਗਈਆਂ ਉਹ ਸਸਤੀਆਂ ਸੀਗੀਆਂ। ਤੋ ਇਸ ਕਰਕੇ ਜਿਹੜਾ ਕੰਪੀਟੀਸ਼ਨ ਸੀਗਾ ਬਿਟਵੀਨ ਦ ਇੰਡੀਅਨ ਬਿਜ਼ਨਸਮੈਨ ਐਂਡ ਦ ਬ੍ਰਿਟਿਸ਼, ਉਹ ਦੇ ਵਿੱਚ ਉਹਨਾਂ ਦਾ ਹੱਥ ਉੱਤੇ ਸੀ, ਕਿਉਂਕਿ ਉਹ ਸਸਤੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਉਹਨਾਂ ਦੁਆਰਾ ਬਣਾਈਆਂ ਗਈਆਂ ਉਹ ਹਿੰਦੁਸਤਾਨ ਦੇ ਵਿੱਚ ਵੇਚ ਰਹੇ ਸੀ। ਨੈਕਸਟ ਹੈ ਡਿਸਕ੍ਰਿਮੀਨੇਟਰੀ ਟੈਰਿਫ ਪਾਲਿਸੀ। ਟੈਰਿਫ ਪਾਲਿਸੀ ਦੇ ਵਿੱਚ ਕੀ ਸੀ ਕਿ ਦੇ ਅਡੋਪਟਡ ਦੀ ਡਿਸਕ੍ਰਿਮੀਨੇਟਰੀ ਟੈਰਿਫ ਪਾਲਿਸੀ ਵਿੱਚ ਫਾਲੋਡ ਦਾ ਡਿਊਟੀ ਫਰੀ ਇੰਪੋਰਟ of British finished goods and duty-free export of raw material from India. This led to the decay in Indian heavy handicraft industry, ਜਿਸ ਦੇ ਨਾਲ ਸਾਡੇ ਦੇਸ਼ ਦੀ ਜਿਹੜੀ ਹੈਂਡੀਕ੍ਰਾਫਟ ਇੰਡਸਟਰੀ ਜਿਹੜੇ ਵਿੱਚ ਤੁਹਾਨੂੰ ਮੈਂ ਦੱਸਿਆ ਕਿ ਢਾਕੇ ਦੀ ਮਲਮਲ ਚਾਹੇ ਸੀਗੀ, ਚਾਹੇ ਫਿਰ ਧੋਤੀ ਅਤੇ ਦੁਪੱਟਾ, ਮਦਰਾਈ ਦਾ ਜਿਹੜਾ ਸਾੜੀ ਦਾ ਬਿਜ਼ਨਸ, ਸ਼ਾਲਾਂ ਦਾ ਬਿਜ਼ਨਸ, ਜਾਂ ਫਿਰ ਹੋਰ ਜਿਹੜਾ ਬਿਜ਼ਨਸ ਸੀ ਘਰੇਲੂ ਉਦਯੋਗ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਬਣਦਾ, ਉਹ ਹੌਲੀ ਹੌਲੀ ਜਿਹੜਾ ਸੀ ਹੈਂਡੀਕ੍ਰਾਫਟ ਇੰਡਸਟਰੀ ਜਿਹੜੀ ਉਸ ਦਾ ਅੰਤ ਹੁੰਦਾ ਗਿਆ। ਇੰਡੀਅਨ ਇੰਡਸਟਰੀ ਹੈਡ ਟੂ ਸੈਲ ਦੇਅਰ ਪ੍ਰੋਡਕਟ ਐਟ ਹਾਇਰ ਪ੍ਰਾਈਸ ਡਿਊ ਟੂ ਦੀ ਐਕਸਾਈਜ਼ ਡਿਊਟੀ, ਹੈਂਸ ਦੇ ਵਰ ਆਊਟ ਆਫ ਕੰਪੀਟੀਸ਼ਨ। ਤੋਂ ਕੰਪੀਟੀਸ਼ਨ ਜਿਹੜਾ ਸੀਗਾ ਬ੍ਰਿਟਿਸ਼ ਦੇ ਨਾਲ, ਉਹਨਾਂ ਦੇ ਪ੍ਰੋਡਕਟ ਦੇ ਨਾਲ, ਉਹ ਕੰਪੀਟੀਸ਼ਨ ਕਰਕੇ ਇਹ ਹਿੰਦੁਸਤਾਨ ਦੀ ਜਿਹੜੀ ਸੀ ਇੰਡਸਟਰੀ ਹੌਲੀ ਹੌਲੀ ਆਊਟ ਆਫ ਕੰਪੀਟੀਸ਼ਨ ਹੋ ਗਈ। ਤੋ ਇਹ ਸੀਗੀਆਂ ਕੁਛ ਗੱਲਾਂ ਜਿਹੜੀਆਂ ਐਟ ਦਾ ਟਾਈਮ ਆਫ ਇੰਡੀਪੈਂਡੈਂਸ ਇੰਡਸਟਰੀਅਲ ਸੈਕਟਰ ਜਿਹੜਾ ਸੀ ਸਾਡਾ ਉਸ ਵੇਲੇ ਕਿਸ ਤਰ੍ਹਾਂ ਦਾ ਸੀ, ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ। ਇਸ ਨੂੰ ਕਿਤਾਬ ਨੂੰ ਵੀ ਫਾਲੋ ਕਰੋ ਅਤੇ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਸਮਝਣ ਦੀ ਕੋਸ਼ਿਸ਼ ਕਰੋ। ਥੈਂਕ ਯੂ ਐਂਡ ਹੈਵ ਏ ਨਾਈਸ ਡੇ।